ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਅੱਜ ਦੀ ਇਸ ਵੀਡੀਓ ਦੇ ਅੰਦਰ ਆਪ ਜੀ ਦੇ ਨਾਲ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਅੰਦਰ ਆਏ ਹੋਏ ਦੋ ਸ਼ਬਦ ਜੋ ਦੁਬਾਰਾ ਫਿਰ 357 ਅੰਗ ਦੇ ਉੱਪਰ ਆਸਾ ਰਾਗ ਦੇ ਵਿੱਚ ਆਉਂਦੇ ਹਨ, ਉਹਨਾਂ ਦੇ ਬਾਰੇ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ। ਸੋ ਜਿਵੇਂ ਸਾਧ ਸੰਗਤ ਜੀ, ਪਹਿਲਾ ਸ਼ਬਦ ਹੈ, ਇਹ ਸ਼ਬਦ ਆਰੰਭ ਹੋਣ ਤੋਂ ਪਹਿਲਾਂ ਜੋ ਪਹਿਲਾ ਭੇਦ ਹੈ ਉਦੋਂ ਆਉਂਦਾ ਹੈ ਆਸਾ ਮਹੱਲਾ ਪਹਿਲਾ। ਇਹੋ ਹੀ ਸ਼ਬਦ ਜਦੋਂ ਦੂਸਰੀ ਵਾਰੀ 357 ਅੰਗ ਦੇ ਉੱਪਰ ਆਵੇ ਤੇ ਆਰੰਭਤਾ ਹੁੰਦੀ ਹੈ ਆਸਾ ਮਹੱਲਾ ਪਹਿਲਾ ਦੋ ਪਦੇ। ਸੋ ਇਸ ਤਰ੍ਹਾਂ ਇਹ ਪਾਠ ਦੋ ਪਦੇ ਨਾਲ ਲਗਾਇਆ ਹੋਇਆ ਹੈ। ਕਿਸੇ ਨੇ ਦੁਪਦੇ ਨਹੀਂ ਪੜ੍ਹਨਾ, ਦੋ ਪਦੇ ਇਸ ਤਰ੍ਹਾਂ ਪੜ੍ਹਨਾ ਹੈ। ਅਤੇ ਪੰਕਤੀ ਹੈ ਜਿਸ ਤਰ੍ਹਾਂ ਆਪ ਜੀ ਨੇ ਪਹਿਲਾਂ ਸਰਵਣ ਕੀਤੀ ਹੈ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਜਿਨ ਪਾਠ ਟਿੱਪੀ ਨਹੀਂ ਲਾਉਣੀ, ਜਿਨ ਪੋਲਾ ਜਾ ਪੜ੍ਹਨਾ ਹੈ। ਇਹੋ ਹੀ ਪੰਕਤੀ ਦੂਸਰੀ ਵਾਰੀ ਆਵੇਗੀ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਇਹੋ ਹੀ ਭੇਦ ਹੈ, ਦੋ ਸ਼ਬਦਾਂ ਦਾ ਭੇਦ ਹੈ। ਤੱਤੇ ਸਿਹਾਰੀ ਥੱਲੇ ਨੰਨੇ ਦੇ ਹਲੰਤ ਹੈ, ਇਸੇ ਤਰ੍ਹਾਂ ਜੱਜੇ ਸਿਹਾਰੀ ਨੰਨੇ ਦੇ ਪੈਰ 'ਚ ਹਲੰਤ ਹੈ। ਇਹਨੂੰ ਕੱਸ ਕੇ ਬੋਲਣਾ ਹੈ, ਭਾਰਾ ਕਰਕੇ ਬੋਲਣਾ ਹੈ। ਤਿੰਨ ਪ੍ਰਣਵਤ ਨਾਨਕ ਤਿੰਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਸੋ ਪਹਿਲੀ ਪੰਕਤੀ ਨੂੰ ਜਿਨ ਪੋਲਾ ਜਾ ਪੜ੍ਹਨਾ ਹੈ, ਤਿੰਨ। ਇਸੇ ਤਰ੍ਹਾਂ ਦੂਸਰੀ ਵਾਰੀ ਤਿੰਨ ਜਿਨ। ਸੋ ਸਾਧ ਸੰਗਤ ਜੀ, ਦੂਸਰਾ ਸ਼ਬਦ ਹੈ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਅੰਦਰ ਆਸਾ ਮਹੱਲਾ ਚੌਥਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਸਿਰਲੇਖ ਨਾਮ ਦੇ ਹੇਠ ਮਹੱਲਾ ਚੌਥਾ ਦੇ ਸਿਰਲੇਖ ਦੇ ਹੇਠ ਹੈ। ਜਦੋਂ ਇਹ ਸ਼ਬਦ ਆਵੇਗਾ ਉਹਦੇ ਅੰਦਰ ਸਾਧ ਸੰਗਤ ਜੀ, ਪਹਿਲਾਂ ਰਵਤਾ ਇਸ ਤਰ੍ਹਾਂ ਹੁੰਦੀ ਹੈ। ਇਹੋ ਹੀ ਸ਼ਬਦ ਜਦੋਂ 365 ਦੇ ਅੰਗ ਦੇ ਉੱਪਰ ਆਵੇ ਉਦੋਂ ਇਸ ਸ਼ਬਦ ਦਾ ਸਿਰਲੇਖ ਆਸਾ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਸ ਤਰ੍ਹਾਂ ਆਵੇਗਾ। ਸੋ ਪੰਕਤੀ ਆਪ ਜੀ ਦਰਸ਼ਨ ਕਰ ਰਹੇ ਹੋ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ ਰਹਾਉ। ਸੋ ਇਹ ਪੰਕਤੀ ਹੈ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਅੰਦਰ। ਤੱਤੇ ਦੇ ਦਲੈਂਕੜਾ ਹਨ, ਉੱਤੇ ਟਿੱਪੀ ਨਹੀਂ ਹੈ। ਅਤੇ ਇਹੋ ਹੀ ਜਦੋਂ ਪੰਕਤੀ ਦੂਸਰੀ ਵਾਰੀ ਆਵੇਗੀ 365 ਅੰਗ ਦੇ ਉੱਤੇ, ਉਦੋਂ ਸਾਧ ਸੰਗਤ ਜੀ ਤੱਤੇ ਨੂੰ ਟਿੱਪੀ ਲਗਾਈ ਹੋਈ ਹੈ। ਇਹ ਇੰਨਾ ਕੁ ਭੇਦ ਹੈ ਦੋਵਾਂ ਸ਼ਬਦਾਂ ਦਾ। ਉਦੋਂ ਪੜ੍ਹਨਾ ਹੈ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ ਰਹਾਉ। ਤੂੰ ਪਾਠ ਪੜ੍ਹਨਾ ਹੈ, ਨੱਕ ਦੇ ਵਿੱਚ ਆਵਾਜ਼ ਕੱਢਣੀ ਹੈ। ਸੋ ਇਸੇ ਤਰ੍ਹਾਂ ਦੂਸਰੀ ਪੰਕਤੀ ਹੈ ਸ੍ਰੀ ਰਹਿਰਾਸ ਸਾਹਿਬ ਜੀ ਦੇ ਅੰਦਰ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਤੱਤੇ ਨੂੰ ਦਲੈਂਕੜਾਂ ਉੱਪਰ ਟਿੱਪੀ ਹੈ। ਆਪ ਜੀ ਜਿੰਨੇ ਵੀ ਗੁਟਕੇ ਸਾਹਿਬ ਹੁਣ ਜੋ ਨਵੀਨ ਛਾਪੇ ਜਾ ਰਹੇ ਹਨ ਦਮਦਮੀ ਟਕਸਾਲ ਦੇ ਨਾਮ ਦੇ ਹੇਠ, ਜਾਂ ਮੋਬਾਈਲ ਦੇ ਵਿੱਚ ਐਪ ਹੈ ਦਮਦਮੀ ਟਕਸਾਲ ਦੇ ਨਾਮ ਦੀ, ਜਾਂ ਹੋਰ ਗੁਟਕੇ ਸਾਹਿਬ ਹਨ ਮੋਬਾਈਲ ਦੇ ਵਿੱਚ ਐਪਲੀਕੇਸ਼ਨ ਹਨ ਗੁਰਬਾਣੀ ਪੜ੍ਹਨ ਵਾਲੇ। ਸੋ ਸਾਰਿਆਂ ਨੂੰ ਹੀ ਸਾਧ ਸੰਗਤ ਜੀ ਦੇਖਿਆ ਗਿਆ ਹੈ, ਤਕਰੀਬਨ ਬਹੁਤਿਆਂ ਦੇ ਵਿੱਚ ਇਹ ਤੱਤੇ ਦੇ ਉੱਤੇ ਟਿੱਪੀ ਨਹੀਂ ਹੈ। ਸੋ ਅਸਲੀਅਤ ਦੇ ਵਿੱਚ ਪੁਰਾਣੇ ਜੋ ਪੁਰਾਤਨ ਗੁਟਕੇ ਸਾਹਿਬ ਹਨ ਉਹਨਾਂ ਦੇ ਵਿੱਚ ਤੱਤੇ ਦਲੈਂਕੜਾਂ ਉੱਪਰ ਟਿੱਪੀ ਹੈ, ਜਿਸ ਤਰ੍ਹਾਂ ਆਪ ਜੀ ਦਰਸ਼ਨ ਕਰ ਰਹੇ ਹੋ ਪਹਿਲੀ ਪੰਕਤੀ ਦਾ। ਸੋ ਇਸ ਤਰ੍ਹਾਂ ਪੰਕਤੀ ਹੈ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਸੋ ਇਸ ਤਰ੍ਹਾਂ ਹੋਏ ਪਾਠ ਜਲਦੀ ਜਲਦੀ ਹੋਏ ਨਹੀਂ ਕਹਿਣਾ, ਹੋਏ ਸੇ ਇਸ ਤਰ੍ਹਾਂ ਪਾਠ ਪੜ੍ਹਨਾ ਹੈ। ਇਹੋ ਹੀ ਪੰਕਤੀ ਹੈ ਜਦੋਂ 365 ਅੰਗ ਦੇ ਉੱਪਰ ਆਵੇਗੀ ਉਦੋਂ ਟਿੱਪੀ ਦੀ ਵਰਤੋਂ ਨਹੀਂ ਕੀਤੀ ਗਈ। ਉਦੋਂ ਪਾਠ ਆਵੇਗਾ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਸੋ ਇਸ ਤਰ੍ਹਾਂ ਦੇ ਨਾਲ ਇਹ ਪਾਠ ਹੈ। ਸ੍ਰੀ ਰਹਿਰਾਸ ਸਾਹਿਬ ਜੀ ਦੇ ਅੰਦਰ ਪਹਿਲੀ ਪੰਕਤੀ ਦੇ ਵਿੱਚ ਤੂੰ ਪਾਠ ਨਹੀਂ ਹੈ ਅਤੇ ਉਧਰ ਤੂੰ ਦੇ ਵਿੱਚ ਹੈ। ਸੋ ਇਸ ਤਰ੍ਹਾਂ ਆਪ ਜੀ ਨੇ ਸਮਝਣਾ ਹੈ ਧਿਆਨਪੂਰਵਕ। ਸੋ ਤੀਸਰਾ ਸ਼ਬਦ ਸਾਧ ਸੰਗਤ ਜੀ ਸੋਹਿਲਾ ਸਾਹਿਬ ਦੀ ਬਾਣੀ ਦੇ ਵਿੱਚ ਹੈ 12 ਅੰਗ ਦੇ ਉੱਪਰ।
ਰਾਗ ਆਸਾ ਮਹੱਲਾ ਪਹਿਲਾ। ਇਹੋ ਹੀ ਸ਼ਬਦ ਸਾਧ ਸੰਗਤ ਜੀ, ਇਹਦੇ ਵਿੱਚ ਤਕਰੀਬਨ 5 ਭੇਦ ਹਨ। ਉਹ 5 ਭੇਦ ਅੱਗੇ ਜਾ ਕੇ ਜਦੋਂ ਇਹ 357 ਅੰਗ ਦੇ ਉੱਪਰ ਦੁਬਾਰਾ ਆਉਂਦਾ ਹੈ, ਉਹਨਾਂ ਦੇ ਵਿੱਚ ਜੋ ਆਵੇਗਾ ਉਹ ਆਪ ਜੀ ਨਾਲ ਸਾਂਝਾ ਕਰਨਾ ਹੈ। ਸੋ ਪਹਿਲਾ ਭੇਦ ਹੈ ਸਿਰਲੇਖ ਦੇ ਵਿੱਚ। ਇੱਥੇ ਅਸੀਂ ਸੋਹਿਲਾ ਸਾਹਿਬ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ, ਰਾਗ ਆਸਾ ਮਹੱਲਾ ਪਹਿਲਾ। ਜਦੋਂ ਇਹੀ ਸ਼ਬਦ 357 ਅੰਗ ਦੇ ਉੱਪਰ ਆਵੇਗਾ, ਉਦੋਂ ਅਸੀਂ ਰਾਗ ਨਹੀਂ ਲੱਗਾ ਹੋਇਆ ਨਹੀਂ ਪੜ੍ਹਨਾ, ਸਿਰਫ ਆਸਾ ਮਹੱਲਾ ਪਹਿਲਾ ਹੀ ਪੜ੍ਹਨਾ ਹੈ। ਸੋ ਅੱਗੇ ਪੰਕਤੀ ਹੈ ਪਹਿਲੀ, ਗੁਰ ਗੁਰ ਏਕੋ ਵੇਸ ਅਨੇਕ। ਸੋ ਅੱਗੇ ਜੋ ਇਹੀ ਪੰਕਤੀ ਜਦੋਂ ਦੁਬਾਰਾ ਆਵੇਗੀ, ਗੁਰ ਗੁਰ ਏਕੋ ਵੇਸ ਅਨੇਕ। ਹੁਣ ਫਰਕ ਕੀ ਹੈ ਦੋਵਾਂ ਦੇ ਵਿੱਚ? ਗੱਗੇ ਜੋ ਪਹਿਲਾ ਗੱਗਾ ਹੈ ਗੁਰ, ਉਹਦੇ ਰਾਰੇ ਨੂੰ ਦੂਸਰੀ ਵਾਰੀ ਔਂਕੜ ਨਹੀਂ ਹੈ। ਸੋਹਿਲਾ ਸਾਹਿਬ ਦੀ ਬਾਣੀ ਵਿੱਚ ਔਂਕੜ ਲੱਗੀ ਹੋਈ ਹੈ। ਸੋ ਇਸ ਤਰ੍ਹਾਂ ਕਿਸੇ ਨੇ ਔਂਕੜ ਕੋਲੋਂ ਨਹੀਂ ਲਗਾਉਣੀ ਰਾਰੇ ਨੂੰ ਅੱਗੇ ਜਾ ਕੇ ਪੈਨ ਦੇ ਨਾਲ। ਸੋ ਇਹ ਭੇਦ ਰੱਖਿਆ ਹੈ ਇੱਕ ਔਂਕੜ ਦਾ ਵੀ ਗੁਰੂ ਸਾਹਿਬ ਜੀ ਨੇ। ਸੋ ਅੱਗੇ ਦੂਸਰੀ ਪੰਕਤੀ ਹੈ। ਸੋ ਸੋਹਿਲਾ ਸਾਹਿਬ ਦੇ ਵਿੱਚ ਅਸੀਂ ਬਾਣੀ ਪੜ੍ਹਦੇ ਹਾਂ, ਪੰਕਤੀ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਇਹੋ ਹੀ ਪੰਕਤੀ ਜਦੋਂ ਦੂਸਰੀ ਵਾਰੀ ਆਵੇਗੀ 357 ਅੰਗ ਦੇ ਉੱਪਰ, ਉਦੋਂ ਬਾਬਾ ਸ਼ਬਦ ਨਾਲ ਨਹੀਂ ਲਾਇਆ ਹੋਇਆ ਗੁਰੂ ਸਾਹਿਬ ਨੇ, ਉਦੋਂ ਇਕੱਲਾ ਲਿਖਿਆ ਹੈ ਜੈ ਘਰ ਕਰਤੇ ਕੀਰਤ ਹੋਏ। ਸੋ ਇਸ ਤਰ੍ਹਾਂ ਬਾਬਾ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਅਤੇ ਤੀਸਰੀ ਪੰਕਤੀ ਆਪ ਜੀ ਦਰਸ਼ਨ ਕਰ ਰਹੇ ਹੋ, ਸੋਹਿਲਾ ਸਾਹਿਬ ਵਿੱਚ ਲਿਖਿਆ ਹੈ ਸੋ ਘਰ ਰਾਖ ਵਡਾਈ ਤੋਏ। ਇਹੋ ਹੀ ਪੰਕਤੀ ਜਦੋਂ ਅੱਗੇ ਜਾ ਕੇ ਆਵੇਗੀ ਆਸਾ ਰਾਗ ਦੇ ਵਿੱਚ, ਉਦੋਂ ਸਾਧ ਸੰਗਤ ਜੀ ਤੋਏ ਦੀ ਜਗ੍ਹਾ ਦੇ ਉੱਤੇ ਹਾਹੇ ਦੀ ਵਰਤੋਂ ਲਿਖੀ ਹੈ ਤੋਹੇ। ਸੋ ਇਹ ਦੋ ਭੇਦ ਰੱਖੇ, ਇੱਕ ਭੇਦ ਹੈ। ਸੋ ਪੰਕਤੀ ਨੂੰ ਇਸ ਤਰ੍ਹਾਂ ਬੋਲਣਾ ਹੈ, ਸੋ ਘਰ ਰਾਖ ਵਡਾਈ ਤੋਹੇ, ਹਾਹੇ ਦੀ ਆਵਾਜ਼ ਕੱਢਣੀ ਹੈ। ਇਹੋ ਹੀ ਪੰਕਤੀ ਸਾਧ ਸੰਗਤ ਜੀ ਅੱਗੇ ਜੋ ਆਪ ਜੀ ਦਰਸ਼ਨ ਕਰ ਰਹੇ ਹੋ, ਪੰਕਤੀ ਹੈ, ਵਿਸਵੇ ਚਸਿਆ ਘੜੀਆ ਪਹਿਰਾ, ਥਿਤੀ ਵਾਰੀ ਮਾਹੁ ਹੋਆ। ਇਹ ਤੇ ਹੈ ਸੋਹਿਲਾ ਸਾਹਿਬ ਦੇ ਅੰਦਰ। ਅਤੇ ਜਦੋਂ ਆਸਾ ਰਾਗ ਦੇ ਵਿੱਚ 357 ਅੰਗ ਦੇ ਉੱਪਰ ਆਵੇਗੀ, ਇਸ ਪੰਕਤੀ ਦੇ ਵਿੱਚ ਅਖੀਰ ਦੇ ਵਿੱਚ ਹੋਆ ਦੀ ਜਗ੍ਹਾ ਦੇ ਉੱਤੇ ਭਇਆ ਪਾਠ ਲਗਾ ਦਿੱਤਾ ਹੈ ਗੁਰੂ ਸਾਹਿਬ ਜੀ ਨੇ। ਸੋ ਪੰਕਤੀ ਆਉਂਦੀ ਹੈ, ਵਿਸਵੇ ਚਸਿਆ ਘੜੀਆ ਪਹਿਰਾ, ਥਿਤੀ ਵਾਰੀ ਮਾਹੁ ਭਇਆ। ਸੋ ਭਇਆ ਪਾਠ ਹੈ। ਅਤੇ ਇਸ ਨੂੰ ਆਪ ਜੀ ਨੇ ਇੱਕ ਹੋਰ ਧਿਆਨ ਰੱਖਣਾ ਹੈ, ਵਿਸਵੇ ਪਾਠ ਪੜ੍ਹਨਾ ਹੈ, ਵਿਸੂਏ ਪਾਠ ਨਹੀਂ ਪੜ੍ਹਨਾ। ਸੋ ਇਸੇ ਤਰ੍ਹਾਂ ਹੀ ਘੜੀਆਂ ਬਿੰਦੀ ਦੀ ਵਰਤੋਂ ਬਹੁਤ ਘੱਟ ਕਰਨੀ ਹੈ, ਜਿੱਥੇ ਲੋੜ ਅਨੁਸਾਰ ਦੱਸੀ ਜਾਵੇਗੀ ਉੱਥੇ ਹੀ ਲਗਾਉਣੀ ਹੈ। ਸੋ ਚਸਿਆਂ ਪਾਠ ਨਹੀਂ ਕਰਨਾ, ਵਿਸੂਏ ਚਸਿਆਂ ਘੜੀਆਂ ਇੱਦਾਂ ਨਹੀਂ ਪੜ੍ਹਨਾ। ਵਿਸਵੇ ਚਸਿਆ ਘੜੀਆ ਪਹਿਰਾ, ਥਿਤੀ ਵਾਰੀ ਮਾਹੁ ਹੋਆ। ਸੋ ਅੱਗੇ ਜਾ ਕੇ ਭਇਆ ਪਾਠ ਆਵੇਗਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ 3 ਸ਼ਬਦਾਂ ਦੇ ਭੇਦ ਆਪ ਜੀ ਨਾਲ ਸਾਂਝੇ ਕੀਤੇ ਹਨ। ਦੁਬਾਰਾ ਚੰਗੀ ਤਰ੍ਹਾਂ ਸਮਝਣਾ ਹੈ ਅਤੇ ਸੰਗਤਾਂ ਨਾਲ ਹੋਰਾਂ ਨਾਲ ਵੀ ਸਾਂਝਿਆਂ ਕਰਨਾ ਹੈ। ਸੋ ਅਗਲੀ ਵੀਡੀਓ ਦੇ ਵਿੱਚ ਸ੍ਰੀ ਰਹਿਰਾਸ ਸਾਹਿਬ ਜੀ ਦੇ ਵਿੱਚ ਹੋਰ ਜਿਹੜੇ ਸ਼ਬਦ ਹਨ, ਉਹਨਾਂ ਦੇ ਬਾਰੇ ਆਪ ਜੀ ਦੇ ਨਾਲ ਅਗਲੀਆਂ ਵੀਡੀਓ ਦੇ ਵਿੱਚ ਸਾਂਝ ਪਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।